Good morning, students. Today we are going to read chapter number 13, The Death of Abhimanyu. हाँ जी राजे, ये अपना जी मेन कोर्स बुक है वो लास्ट चैप्टर है। ठीक है, आप फस्ट 7 जो चैप्टर कर रहे हैं कर चुके हैं। ठीक है, ये लास्ट चैप्टर है जो अपना सिलेबस के अकॉर्डिंग द डेथ ऑफ अभिमन्यु। इसनों स्टार्ट करते हैं जी। दिस लैसन गिव्स अस ए ग्लिम्स ऑफ द ग्रेट महाभारत वार। ਜਿਹੜਾ ਇਹ ਲੈਸਨ ਆ ਸਾਨੂੰ ਇੱਕ ਆਪਾਂ ਕਹਿ ਦਈਏ ਮਹਾਭਾਰਤ ਦਾ ਜਿਹੜਾ ਯੁੱਧ ਹੋਇਆ ਸੀ ਉਹਦੀ ਇੱਕ ਝਲਕੀ ਦਿੰਦਾ ਹੈ। ਇਟ ਕੰਟੇਨਸ ਐਨ ਅਕਾਊਂਟ ਆਫ ਵੀਰ ਅਭਿਮਨਿਊਜ਼ ਡੈਥ ਐਂਡ ਦੀ ਵੇ ਦਿਸ ਡੈਥ ਵਾਸ ਅਵੇਂਸਡ ਬਾਈ ਅਰਜੁਨ। ਹਾਊ ਡਾਜ਼ ਅਰਜੁਨ ਸੈਟਲ ਸਕੋਰਸ। ਇਹ ਜਿਹੜਾ ਚੈਪਟਰ ਆਪਾਂ ਨੂੰ ਇੱਕ ਪਾਸੇ ਤਾਂ ਜਿਹੜੀ ਵੀਰ ਅਭਿਮਨਿਊ ਸੀਗਾ, ਠੀਕ ਹੈ, ਜਿਹੜਾ ਕੌਰਵਾਂ ਪੱਖੋਂ ਲੜ ਰਿਹਾ ਸੀਗਾ ਉਹਦੀ ਡੈਥ ਬਾਰੇ ਦੱਸੂਗਾ, ਅਤੇ ਦੂਸਰਾ ਉਹਦਾ ਜਿਹੜਾ ਫਾਦਰ ਸੀ ਅਰਜੁਨ, ਉਸ ਨੇ ਕਿੱਦਾਂ ਜਿਹੜੀ ਅਭਿਮਨਿਊ ਦੀ ਡੈਥ ਹੋਈ ਸੀ ਉਹਦਾ ਜਿਹੜਾ ਬਦਲਾ ਲਿਆ ਸੀ। ਠੀਕ ਹੈ, ਉਹ ਚੀਜ਼ ਬਾਰੇ ਆਪਾਂ ਇਹ 'ਚ ਪੜ੍ਹਾਂਗੇ। ਠੀਕ ਹੈ, ਵੈਨ ਭੀਸ਼ਮਾ ਫੈਲ ਕਰਨ ਵਾਸ ਚੂਜ਼ਨ ਟੂ ਟੇਕ ਹਿਜ਼ ਪਲੇਸ ਐਜ ਏ ਕਮਾਂਡਰ ਇਨ ਚੀਫ ਆਫ ਕੌਰਵਾ ਆਰਮੀ। ਹੁਣ ਜਦੋਂ ਆਪਾਂ ਕਹਿੰਦੇ ਜਿਹੜਾ ਭੀਸ਼ਮਾ ਸੀਗਾ ਉਹ ਡਿੱਗ ਜਾਂਦਾ, ਠੀਕ ਹੈ, ਮਤਲਬ ਉਸਦੀ ਜਿਹੜੀ ਜਗ੍ਹਾ ਲੈਣ ਲਈ ਕੌਣ ਆਉਂਦਾ? ਕਰਨ। ਵਟ he declined the offer in the favor of Drona। ਵਟ ਜਿਹੜਾ ਕਰਨ ਕਹਿੰਦਾ ਵੀ ਮੇਰੀ ਜਗ੍ਹਾ 'ਤੇ ਦਰੋਨਾ ਨੂੰ ਜਿਹੜਾ ਕਮਾਂਡਰ ਇਨ ਚੀਫ ਬਣਾਇਆ ਜਾਵੇ, ਹੂ ਵਾਜ਼ ਓਲਡਰ ਐਂਡ ਮੋਰ ਐਕਸਪੀਰੀਅੰਸ, ਜਿਹੜਾ ਕਿ ਬਹੁਤ ਜ਼ਿਆਦਾ ਆਪਾਂ ਕਹੀਏ ਐਕਸਪੀਰੀਅੰਸ ਆ, ਅਤੇ ਉਹਨੂੰ ਆਪਾਂ ਕਹੀਏ ਉਹ ਏਜ 'ਚ ਵੀ ਉਦੋਂ ਵੱਡਾ ਗਾ। ਦੁਰਯੋਧਨਾ ਰਿਕੁਐਸਟਡ ਦਰੋਨਾ ਟੂ ਪਲਾਨ ਦੀ ਵਾਰ ਸਟ੍ਰੈਟਜੀ ਇਨ ਸੱਚ ਏ ਵੇ ਦੈਟ ਯੁਧਿਸ਼ਠਿਰਾ ਮਾਈਟ ਬੀ ਅਰੈਸਟਡ। ਹੁਣ ਜਿਹੜਾ ਦੁਰਯੋਧਨ ਹੈ ਉਹ ਰਿਕੁਐਸਟ ਕਰਦਾ ਦਰੋਨਾ ਨੂੰ ਵੀ ਇੱਦਾਂ ਦਾ ਪਲਾਨ ਬਣਾਇਆ ਜਾਵੇ, ਸਟ੍ਰੈਟਜੀ ਅਪਣਾਈ ਜਾਵੇ ਕਿ ਜਿਹੜਾ ਯੁਧਿਸ਼ਠਿਰਾ ਹੈ ਉਹਨੂੰ ਕੀ ਆ ਅਰੈਸਟ ਕੀਤਾ ਜਾ ਕੇ ਉਹਨੂੰ ਪਕੜਿਆ ਜਾਵੇ। ਔਨ ਦੀ 11th ਡੇ ਆਫ ਦੀ ਵਾਰ ਦਰੋਨਾ ਵੈਂਟ ਟੂ ਦੀ ਬੈਟਲ ਫੀਲਡ। 11ਵੇਂ ਦਿਨ ਜਿਹੜਾ ਦਰੋਨਾ ਗਾ ਉਹ ਲੜਾਈ ਦੇ ਮੈਦਾਨ ਵਿੱਚ ਜਾਂਦਾ ਹੈ। ਡੈਟਰਮਾਈਂਡ ਟੂ ਕੈਪਚਰ ਯੁਧਿਸ਼ਠਿਰ ਨੂੰ ਕੈਪਚਰ ਕਰਨ ਦਾ ਆਪਾਂ ਕਹਿ ਦਈਏ ਇਰਾਦਾ ਲੈ ਕੇ। ਅਰਜੁਨਾ ਵਾਜ਼ ਇਨਫੋਰਮ ਅਬਾਊਟ ਦੀ ਇੰਟੈਂਸ਼ਨ ਆਫ ਦਰੋਨਾ। ਜਿਹੜਾ ਹੁਣ ਅਰਜੁਨ ਸੀਗਾ ਅਭਿਮਨਿਊ ਦਾ ਫਾਦਰ ਸੀ, ਉਹ ਇਸ ਚੀਜ਼ ਤੋਂ ਇਨਫੋਰਮ ਸੀ, ਉਸ ਚੀਜ਼ ਬਾਰੇ ਮਤਲਬ ਉਹਨੂੰ ਨੌਲੇਜ ਸੀਗੀ ਵੀ ਜਿਹੜਾ ਦਰੋਨਾ ਗਾ ਉਹ ਕੀ ਚੀਜ਼ ਲਈ ਆਇਆ। ਐਂਡ ਹੀ ਵਾਜ਼ ਫੁੱਲੀ ਕੌਨਸ਼ੀਅਸ, ਅਤੇ ਇਸ ਬਾਰੇ ਪੂਰਾ ਸਾਵਧਾਨ ਸੀ ਉਹ। ਇਨ ਆਰਡਰ ਟੂ ਅਗੇਂਸ ਅਰਜੁਨਾ ਅਵੇ ਫਰੋਮ ਯੁਧਿਸ਼ਠਿਰ ਸੁਸ਼ਰਮਾਜ਼ ਸਨ ਲਾਂਚਡ ਏ ਮਾਈਟੀ ਐਂਡ ਰੈਕਲੈਸ ਅਟੈਕ ਔਨ ਅਰਜੁਨ। ਹੁਣ ਇਸ ਆਪਾਂ ਕਹਿ ਦਈਏ ਇਨ ਆਰਡਰ ਟੂ ਅਗੇਂਸ ਅਰਜੁਨ ਅਵੇ ਫਰੋਮ ਯੁਧਿਸ਼ਠਿਰ, ਆਪਾਂ ਕਹਿ ਦਈਏ ਹੁਣ ਜਿਹੜਾ ਦਰੋਨਾ ਸੀ ਉਹਨੇ ਕਿਹਨੂੰ ਯੁਧਿਸ਼ਠਿਰ ਨੂੰ ਕੈਪਚਰ ਕਰਨਾ ਸੀ, ਅਤੇ ਇਸ ਚੀਜ਼ ਲਈ ਜਿਹੜੇ ਸੁਸ਼ਰਮਾ ਦੇ ਸਨ ਸੀ, ਠੀਕ ਹੈ, ਉਹਨਾਂ ਨੇ ਇੱਕ ਪਲਾਨ ਬਣਾਇਆ ਵੀ ਅਰਜੁਨ ਨੂੰ ਯੁਧਿਸ਼ਠਿਰ ਤੋਂ ਕੀ ਆ ਪਰਾਂ ਰੱਖਿਆ ਜਾਵੇ, ਮਤਲਬ ਕਿ ਦੂਰ ਰੱਖਿਆ ਜਾਵੇ ਤਾਂ ਕਿ ਦਰੋਨਾ ਯੁਧਿਸ਼ਠਿਰ ਨੂੰ ਕੈਪਚਰ ਕਰ ਸਕੇ। ਇਸ ਲਈ ਉਹਨਾਂ ਨੇ ਕੀ ਕੀਤਾ, ਜਿਹੜੇ ਸੁਸ਼ਰਮਾ ਦੇ ਸਨ ਸੀ ਉਹਨਾਂ ਨੇ ਅਰਜੁਨ 'ਤੇ ਅਟੈਕ ਕਰ ਦਿੱਤਾ, ਭਾਰੀ ਅਟੈਕ। ਅਰਜੁਨ ਦੈਟ ਡੇ ਫਾਊਟ ਔਨ 2 ਫਰੰਟਸ। ਹੁਣ ਉਸ ਦਿਨ ਦੋ ਸਾਈਡਾਂ ਤੋਂ ਜਿਹੜਾ ਅਰਜੁਨ ਲੜ ਰਿਹਾ ਸੀ। ਹਿਜ਼ ਅਟੈਂਸ਼ਨ ਐਂਡ ਐਨਰਜੀ ਵਾਰ ਡਿਵਾਈਡਡ, ਅਤੇ ਉਹਦਾ ਜਿਹੜੀ ਇੰਟੈਂਸ਼ਨ ਉਹਦਾ ਧਿਆਨ ਸੀ, ਜਿਹੜੀ ਉਹਦੀ ਐਨਰਜੀ ਸੀ ਉਹ ਦੋ ਪਾਸੇ ਡਿਵਾਈਡ ਸੀ। ਦੀ ਐਨੀਮੀ ਮੇਡ ਏ ਡਿਸਪਰੇਟ ਅਟੈਕ ਔਨ ਅਰਜੁਨ ਟੂ ਕੀਪ ਹਿਮ ਅਗੇਂਸਟ। ਹੁਣ ਬਹੁਤ ਹੀ ਜ਼ਿਆਦਾ ਆਪਾਂ ਕਹੀਏ ਦੁਸ਼ਮਣਾਂ ਨੇ ਉਹਦੇ 'ਤੇ ਭਿਆਨਕ ਹਮਲਾ ਕੀਤਾ ਸੀ ਤਾਂ ਕਿ ਉਹਨੂੰ ਦੂਰ ਰੱਖਿਆ ਜਾ ਸਕੇ। ਠੀਕ ਹੈ, ਅਰਜੁਨ ਫਾਊਂਡ ਇਟ ਡਿਫੀਕਲਟ ਟੂ ਡਾਈਵਰਟ ਹਿਜ਼ ਇੰਟੈਂਸ਼ਨ ਫਰੋਮ ਦੀ ਡੇਅਰਿੰਗ ਅਟੈਕ। ਹੁਣ ਅਰਜੁਨ ਲਈ ਇਹ ਔਖਾ ਸੀ ਕਿ ਉਹ ਆਪਣਾ ਜਿਹੜਾ ਧਿਆਨ ਆ ਇਸ ਤੋਂ ਹਟਾ ਸਕੇ ਜਿਹੜਾ ਅਟੈਕ ਉਹਦੇ 'ਤੇ ਹੋਇਆ ਸੀ। ਦਰੋਨਾ ਟੁਕ ਐਡਵਾਂਟੇਜ ਆਫ ਦਿਸ ਸਿਚੁਏਸ਼ਨ ਐਂਡ ਮੇਡ ਏ ਮੋਸਟ ਡਿਟਰਮਾਈਨਡ ਅਟੈਂਪਟ ਟੂ ਕੈਪਚਰ ਯੁਧਿਸ਼ਠਿਰ। ਹੁਣ ਦਰੋਨਾ ਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ, ਇਸ ਸਿਚੁਏਸ਼ਨ ਦਾ, ਇਸ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਆਪਾਂ ਕਹੀਏ ਹੋਰ ਜ਼ਿਆਦਾ ਇਰਾਦੇ ਨਾਲ, ਤਕੜੇ ਇਰਾਦੇ ਨਾਲ ਯੁਧਿਸ਼ਠਿਰ ਨੂੰ ਕੈਪਚਰ ਕਰਨ ਦਾ ਜਿਹੜਾ ਇਰਾਦਾ ਕਰੇ। ਐਟ ਦਿਸ ਕ੍ਰਿਸ਼ਲ ਟਾਈਮ ਭੀਮਾ ਕੇਮ ਟੂ ਦੀ ਰੈਸਕਿਊ ਆਫ ਹਿਜ਼ ਐਲਡਰ ਬ੍ਰਦਰ। ਹੁਣ ਇਸ ਟਾਈਮ ਜਿਹੜਾ ਭੀਮਾ ਸੀਗਾ ਉਹ ਕੀ ਹੈਗਾ ਆਪਣੇ ਜਿਹੜਾ ਐਲਡਰ ਬ੍ਰਦਰ ਦੀ ਹੈਲਪ ਲਈ ਆਉਂਦਾ। ਸਮ ਹਾਓ ਦੀ ਡੇ ਵਾਜ਼ ਸੇਵਡ ਬਾਏ ਪਾਂਡਵਾਸ। ਹੁਣ ਆਪਾਂ ਕਹਿ ਦਈਏ ਉਸ ਟਾਈਮ ਕੀ ਆ ਫਿਰ ਇਹ ਦਿਨ ਕੀ ਆ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਪਾਂਡਵਾਂ ਨੇ ਬਚਾ ਲਿਆ।
मतलब कि ਜਿਹੜੀ ਚੀਜ਼ ਕੌਰਵ ਕਰਨਾ ਚਾਹੁੰਦੀ ਸੀ ਉਹ ਚੀਜ਼ ਤੋਂ ਹਲੇ ਉਹ ਕਰ ਨਹੀਂ ਪਾਏ ਸੀ। ਔਨ ਦੀ 13th day of the battle ਅਰਜੁਨਾ decided to bring the attack of his enemies to an end। ਹੁਣ 13 day 'ਤੇ ਅਰਜੁਨ ਨੇ ਡਿਸਾਈਡ ਕੀਤਾ ਵੀ ਜਿਹੜਾ ਦੁਸ਼ਮਣਾਂ ਦਾ ਅਟੈਕ ਆ ਇਹਦਾ ਖਤਮ ਕੀਤਾ ਜਾਵੇ, ਇਹਨੂੰ ਖਤਮ ਕੀਤਾ ਜਾਵੇ। ਅਰਜੁਨ therefore requested ਕ੍ਰਿਸ਼ਨਾ to drive his chariot to the place where ਸੁਸ਼ਮਨ son has assembled। ਹੁਣ ਅਰਜੁਨ ਨੇ ਜਿਹੜਾ ਆਪਾਂ ਕਹੀਏ ਕ੍ਰਿਸ਼ਨ ਸੀ ਉਹਨੂੰ ਕੀ ਕਿਹਾ ਵੀ ਆਪਣਾ ਜਿਹੜਾ ਚੈਰੀਓਟ ਕਹਿੰਦਾ ਰੱਥ, ਠੀਕ ਹੈ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਨਾ ਸੀਰੀਅਲ ਵਗੈਰਾ, ਉਹਦੇ ਵਿੱਚ ਉਹ ਲੜਾਈ ਕਰਦੇ ਨੇ ਖੜ੍ਹ ਕੇ, ਠੀਕ ਹੈ। ਉਸ ਨੂੰ ਕਿਹਾ ਵੀ ਉੱਥੇ ਲੈ ਚਲੋ ਜਿੱਥੇ ਜਿਹੜੇ ਸੁਸ਼ਰਮਾ ਜਿਹੜੇ ਸੰਦ ਨੇ ਉਹ ਇਕੱਠੇ ਨੇ, ਮਤਲਬ ਕਿ ਜਿੱਥੋਂ ਲੜਾਈ ਕਰ ਰਹੇ ਨੇ। ਵਾਈ ਅਰਜੁਨ ਵੈਂਟ ਟੂ ਫਾਈਟ ਦੈਮ, ਜਦੋਂ ਉਹਨਾਂ ਨਾਲ ਲੜਾਈ ਕਰਨ ਲਈ ਗਿਆ ਦੋਨਾਂ ਅਰੇਂਜ ਹਿਜ ਆਰਮੀ ਇਨ ਸ਼ੇਪ ਆਫ ਏ ਵੀਲ, ਅਤੇ ਦੋਨਾਂ ਨੇ ਜਿਹੜੀ ਆਪਣੀ ਆਰਮੀ ਇੱਕ ਵੀਲ ਦੇ ਵਿੱਚ ਆਪਾਂ ਕਹਿ ਦਈਏ ਉਹਨੂੰ ਸ਼ੇਪ ਦੇ ਦਿੱਤੀ। ਦਿਸ ਵਾਜ਼ ਨੋਨ ਐਜ਼ ਚੱਕਰਵਿਊਹ, ਜਿਸ ਨੂੰ ਕੀ ਕਹਿੰਦੇ ਚੱਕਰਵਿਊਹ, ਮਤਲਬ ਕਿ ਆਪਣੀ ਆਰਮੀ ਨੂੰ ਇੱਦਾਂ ਅਰੇਂਜ ਕਰ ਲਿਆ ਇੱਕ ਉਹ ਚੱਕਰ ਦੀ ਤਰ੍ਹਾਂ ਦਿਖਣ ਲੱਗੀ, ਠੀਕ ਹੈ। ਓਨਲੀ ਅਰਜੁਨ ਕ੍ਰਿਸ਼ਨਾ ਪ੍ਰਦਿਊਮਨ ਐਂਡ ਅਭਿਮਨਿਊ ਨਿਊ ਹਾਊ ਟੂ ਪਾਇਰਿਸ ਥਰੋ ਇਟ। ਹੁਣ ਇਹ ਜਿਹੜੇ ਆਪਾਂ ਕਹਿੰਦੇ ਅਰਜੁਨ ਕ੍ਰਿਸ਼ਨਾ ਪ੍ਰਦਿਊਮਨ ਸੀਗਾ ਜਾਂ ਅਭਿਮਨਿਊ ਸੀ, ਇਹੀ ਜਾਣਦੇ ਸੀ ਵੀ ਉਸ ਨੂੰ ਕਿੱਦਾਂ ਤੋੜਿਆ ਜਾ ਸਕਦਾ ਉਸ ਚੱਕਰਵਿਊਹ ਨੂੰ। ਅਰਜੁਨ ਐਂਡ ਪ੍ਰਦਿਊਮਨ ਵਰ ਫਾਈਟਿੰਗ ਫਾਰ ਅਵੇ ਐਂਡ ਕ੍ਰਿਸ਼ਨਾ ਵੁੱਡ ਨਾਟ ਫਾਈਟ। ਜਿਹੜਾ ਅਰਜੁਨ ਸੀ ਪ੍ਰਦਿਊਮਨ ਸੀ ਉਹ ਲੜ ਰਹੇ ਸੀ ਦੂਰ, ਅਤੇ ਕ੍ਰਿਸ਼ਨਾ ਜਿਹੜਾ ਫਾਈਟ ਨਹੀਂ ਕਰ ਰਿਹਾ ਸੀ ਕਿਉਂਕਿ ਰਥ ਚਲਾ ਰਿਹਾ ਸੀ। ਦਰੋਨਾ ਟਰਾਈ ਟੂ ਐਂਟਰੈਪ ਯੁਧਿਸ਼ਟਰ, ਅਤੇ ਜਿਹੜਾ ਦਰੋਨਾ ਨੇ ਹੁਣ ਯੁਧਿਸ਼ਟਰ ਨੂੰ ਆਪਾਂ ਕਦੇ ਜਾਲ 'ਚ ਫਸਾਉਣ ਬਾਰੇ ਕੋਸ਼ਿਸ਼ ਕੀਤੀ। ਯੁਧਿਸ਼ਟਰ ਕਾਲਡ ਅਭਿਮਨਿਊ ਐਂਡ ਆਸਕ ਹਿਮ he would be of any help of at this moment। ਤਾਂ ਉਸ ਟਾਈਮ ਯੁਧਿਸ਼ਟਰ ਨੇ ਅਭਿਮਨਿਊ ਨੂੰ ਆਵਾਜ਼ ਦਿੱਤੀ ਕਿ ਉਹ ਕੋਈ ਮੇਰੀ ਮਦਦ ਕਰ ਸਕਦਾ ਹੈ ਇਸ ਟਾਈਮ। A brave young boy bubbling with enthusiasm, ਅਭਿਮਨਿਊ immediately agreed to lead the army and freeze through the ਚੱਕਰਵਿਊਹ। ਤਾਂ ਉਸੇ ਟਾਈਮ ਉਸ ਯੰਗ ਬਹਾਦਰ ਜਿਹੜਾ ਲੜਕਾ ਸੀਗਾ, ਮਤਲਬ ਕਿ ਅਭਿਮਨਿਊ ਸੀਗਾ, ਉਸਨੇ ਬਬਲਿੰਗ ਉਛਲਦੇ ਹੋਏ, ਠੀਕ ਹੈ, ਐਂਥੂਆਸਿਜ਼ਮ ਹੁੰਦਾ ਰਾਜੇ ਉਤਸ਼ਾਹ ਹੋ ਕੇ, ਪੂਰੇ ਉਤਸ਼ਾਹ ਨਾਲ, ਤਾਂ ਆਪਾਂ ਕਹਿੰਦੇ ਹਾਂ ਕਰ ਦਿੱਤੀ ਵੀ ਹਾਂ ਮੈਂ ਆਰਮੀ ਨੂੰ ਜਿਹੜੀ ਲੀਡ ਕਰੂੰਗਾ ਅਤੇ ਇਸ ਨੂੰ ਚੱਕਰਵਿਊਹ ਨੂੰ ਤੋੜ ਦੂੰਗਾ। ਅਭਿਮਨਿਊ ਨਿਊ ਓਨਲੀ ਦੀ ਆਰਟ ਆਫ ਐਂਟਰਿੰਗ ਦੀ ਚੱਕਰਵਿਊਹ ਵਟ ਹੀ ਨਿਊ ਨਥਿੰਗ ਅਬਾਊਟ ਕਾਰਵਿੰਗ ਹਿਜ਼ ਵੇ ਆਊਟ ਆਫ ਇਟ। ਉਹ ਬਸ ਜਿਹੜਾ ਅਭਿਮਨਿਊ ਸੀ ਇਹ ਚੀਜ਼ ਜਾਣਦਾ ਸੀ ਵੀ ਉਸ ਦੇ ਚੱਕਰਵਿਊਹ ਦੇ ਵਿੱਚ ਇੰਟਰ ਕਰਨਾ ਜਾਣਦਾ ਸੀ, ਉਸ ਚੱਕਰਵਿਊਹ ਤੋਂ ਬਾਹਰ ਨਿਕਲਣਾ ਨਹੀਂ ਜਾਣਦਾ ਸੀ। ਅਭਿਮਨਿਊ immediately asked his charioteers to drive toward the ਚੱਕਰਵਿਊਹ at the gate of which Drona was standing। ਹੁਣ ਇਹਨੇ ਆਪਣੇ ਜਿਹੜਾ ਰੱਥ ਚਲਾ ਰਿਹਾ ਸੀ ਉਹਨੂੰ ਕਿਹਾ ਅਭਿਮਨਿਊ ਨੇ ਵੀ ਉੱਥੇ ਲੈ ਚੱਲ ਰੱਥ ਨੂੰ ਜਿੱਥੇ ਜਿਹੜੇ ਚੱਕਰਵਿਊਹ ਦੇ ਗੇਟ 'ਤੇ ਜਿੱਥੇ ਜਿਹੜਾ ਦਰੋਨਾ ਗਾ ਉਹ ਖੜ੍ਹਾ ਗਾ। ਯੁਧਿਸ਼ਟਰ sent others to help ਅਭਿਮਨਿਊ। The young lad pounced upon the enemy with great fury and broke the ring of the ਚੱਕਰਵਿਊਹ। ਇਹ ਜਿਹੜਾ ਆਪਾਂ ਕਹਿੰਦੇ ਇਹ ਯੰਗ ਬੋਆਏ ਸੀਗਾ, ਉਹਨੇ ਬਹੁਤ ਅਭਿਮਨਿਊ ਦੀ ਗੱਲ ਹੋ ਰਹੀ ਹੈ ਰਾਜੇ ਇੱਥੇ ਵੀ ਉਹਨੇ ਬਹੁਤ ਆਪਾਂ ਕਹਿੰਦੇ ਐਨਰਜੀ ਨਾਲ, ਠੀਕ ਹੈ, ਜਿਹੜਾ ਅਟੈਕ ਕੀਤਾ ਦੁਸ਼ਮਣਾਂ 'ਤੇ ਅਤੇ ਚੱਕਰਵਿਊਹ ਦੇ ਰਿੰਗ ਤੋੜ ਦਿੱਤੇ। ਮਤਲਬ ਕਿ ਇੱਕ ਤਰੀਕੇ ਨਾਲ ਉਹਦੀਆਂ ਜਿਹੜੀਆਂ ਸਾਈਡਾਂ ਤੋਂ ਆਪਾਂ ਕਹਿੰਦੇ ਚੱਕਰਵਿਊਹ ਨੂੰ ਤੋੜਦਾ ਗਿਆ। ਹੀ ਫਾਇਰਸ ਥਰੋ ਦੀ ਰਿੰਗਸ ਵਨ ਆਫਟਰ ਅਨਦਰ, ਇੱਕ ਤੋਂ ਬਾਅਦ ਇੱਕ ਜਿਹੜਾ ਰਿੰਗ ਤੋੜਦਾ ਰਿਹਾ। ਔਨ no sooner had he entered the ਚੱਕਰਵਿਊਹ than the Kauravas surrounded him and stopped the other warriors of the Pandavas army from reaching the place where Abhimanyu was fighting alone। ਹੁਣ ਉਹ ਉੱਥੇ ਆਪਾਂ ਕਹਦੇ ਉਸ ਜਗ੍ਹਾ 'ਤੇ ਪਹੁੰਚ ਗਿਆ ਅੰਦਰ ਚੱਕਰਵਿਊਹ ਦੇ, ਜਿੱਥੇ ਉਹਨੂੰ ਜਿਹੜੇ ਦੂਸਰੇ ਕੌਰਵ ਸੀਗੇ ਉਹਨਾਂ ਨੇ ਕੀ ਆ ਉਹਨੂੰ ਘੇਰ ਲਿਆ, ਠੀਕ ਹੈ, ਅਤੇ ਉਹਨਾਂ ਨੇ ਬਾਕੀ ਦੇ ਜਿਹੜੇ ਪਾਂਡਵ ਸੀ ਜਾਂ ਪਾਂਡਵਾਂ ਦੇ ਜਿਹੜੇ ਵਾਰੀਅਰ ਸੀ, ਯੋਧੇ ਸੀਗੇ, ਉਹਨਾਂ ਨੂੰ ਮਤਲਬ ਕਿ ਆਪਾਂ ਕਹੀਏ ਬਾਹਰ ਹੀ ਰੋਕ ਰੱਖਿਆ, ਚੱਕਰਵਿਊਹ ਦੇ ਵਿੱਚ ਇੰਟਰ ਨਹੀਂ ਕਰਨ ਦਿੱਤਾ। ਮਤਲਬ ਕਿ ਜਿਹੜਾ ਅਭਿਮਨਿਊ ਸੀਗਾ ਉਹਨੂੰ ਇਕੱਲਾ ਹੀ ਲੜ ਰਿਹਾ ਸੀ ਉਸ ਜਗ੍ਹਾ 'ਤੇ। ਸਰਰਾਊਂਡਡ ਫਰੋਮ ਆਲ ਸਾਈਡ ਬਾਈ ਸੱਚ ਐਮੀਨੈਂਟਸ ਵਾਰੀਅਰਸ ਐਜ਼ ਦਰੋਨਾ, ਕਰਨਾ, ਦੁਰਯੋਧਨਾ, ਦੁਸਾਂਸ, ਜਯਦਰਥ ਐਂਡ ਅਭਿਮਨਿਊ ਵਿਦਾਊਟ ਦੀ ਲੀਸਟ ਸਾਈਨ ਆਫ ਨਰਵਸਨੈਸ ਫਾਊਟ ਵਿਦ ਇਨਕ੍ਰੈਡੀਬਲ ਕੋਰੇਜ ਐਂਡ ਸਕਿੱਲ। ਹੁਣ ਆਪਾਂ ਕਹਿ ਦਈਏ ਜਿਹੜਾ ਅਭਿਮਨਿਊ ਨੂੰ ਇਹਨਾਂ ਵਿੱਚ ਦਰੋਨਾ ਸੀ, ਕਰਨ ਸੀਗਾ, ਦੁਰਯੋਧਨ ਸੀਗਾ, ਦੁਸ਼ਾਸਨ ਸੀਗਾ ਅਤੇ ਜਯਦਰਥ ਸੀਗਾ,
ਉਸਨੂੰ ਉਹਨਾਂ ਸਭ ਨੇ ਮਿਲ ਕੇ ਕੀ ਅਭਿਮਨਿਊ ਨੂੰ ਘੇਰ ਲਿਆ, ਪਰ ਇਸ ਟਾਈਮ ਵਿਦਆਊਟ ਦੀ ਲੀਸਟ ਸਾਈਨ ਆਫ ਨਰਵਸਨੈਸ। ਉਹਦੇ ਆਪਾਂ ਕਹੀਏ ਅਭਿਮਨਿਊ ਦੇ ਆਪਾਂ ਕਹੀਏ ਬਿਲਕੁਲ ਵੀ ਉਹਨੂੰ ਨਰਵਸਨੈਸ ਨਹੀਂ ਹੋ ਰਹੀ ਸੀ, ਮੈਨੂੰ ਇੰਨੇ ਬੰਦਿਆਂ ਨੇ ਘੇਰ ਲਿਆ। ਉਹ ਫਿਰ ਵੀ ਕੀ ਆ ਪੂਰੇ ਕਾਰਜ ਅਤੇ ਹੌਸਲੇ ਅਤੇ ਹਿੰਮਤ ਨਾਲ ਕੀ ਆ ਲੜਾਈ ਲੜ ਰਿਹਾ ਸੀ। ਦੀ ਕੌਰਵਜ਼ ਵਾਰੀਅਰਸ ਫਾਊਡ ਇਟ ਡਿਫੀਕਲਟ ਟੂ ਸਬਡਿਊ ਦੀ ਲੋਨਲੀ ਅਭਿਮਨਿਊ। ਹੁਣ ਅਭਿਮਨਿਊ ਨੂੰ ਸਾਹਮਣਾ ਕੌਰਵਾਂ ਲਈ ਬਹੁਤ ਔਖਾ ਹੋ ਰਿਹਾ ਸੀ, ਕਿਉਂਕਿ ਉਹਨੂੰ ਪਕੜ ਨਹੀਂ ਪਾ ਰਹੇ ਸੀ। ਐਟ ਲਾਸਟ ਦੇ ਥੋਟ ਆਫ ਡਿਸਆਰਮਿੰਗ ਹਿਮ ਫਾਸਟ। ਤਾਂ ਉਹਨਾਂ ਨੇ ਸੋਚਿਆ ਵੀ ਸਭ ਤੋਂ ਪਹਿਲਾਂ ਇਹਨੂੰ ਡਿਸਆਰਮਿੰਗ ਹੁੰਦਾ ਰਿਹਾ ਜੀ, ਆਪਾਂ ਕਹਿੰਦੇ ਹਥਿਆਰਾਂ ਤੋਂ ਵਾਂਝਾ ਕੀਤਾ ਜਾਵੇ ਇਹਨੂੰ, ਮਤਲਬ ਇਹਦੇ ਹਥਿਆਰ ਖੋਏ ਜਾਣ। ਹਿਜ਼ ਵੋ ਵਾਜ਼ ਕੱਟ ਇਨਟੂ ਪੀਸਿਸ। ਉਹਦਾ ਜਿਹੜਾ ਕਮਾਨ ਸੀ, ਤੀਰ ਕਮਾਨ ਸੀ, ਉਹਨੂੰ 2 ਪੀਸਾਂ ਵਿੱਚ ਕੱਟ ਦਿੱਤਾ ਗਿਆ। ਹਿਜ਼ ਸਵਾਰਡ ਵਾਜ਼ ਬਰੋਕਨ। ਉਸਦੀ ਤਲਵਾਰ ਤੋੜ ਦਿੱਤੀ ਗਈ। ਐਂਡ ਹਿਜ਼ ਕਲੱਬ ਵਾਜ਼ ਸੈਟਰਡ। ਅਤੇ ਜਿਹੜਾ ਉਹਦਾ ਕਲੱਬ ਹੁੰਦਾ ਆਪਾਂ ਕਹਿੰਦੇ ਗਦਾ ਹੁੰਦਾ ਜਿਹੜਾ ਹੱਥ 'ਚ, ਠੀਕ ਹੈ, ਜਿਹੜਾ ਹਨੂੰਮਾਨ ਜੀ ਕੋਲ ਸੀ ਨਾ ਗਦਾ, ਉਹ ਚੀਜ਼ ਵੀ ਉਹ ਸੈਟਡ ਕਰ ਦਿੱਤਾ, ਤਾਰ ਕਰ ਦਿੱਤਾ ਗਿਆ। ਨੋ ਲੈਫਟ ਵਿਦ ਨੋ ਵੈਪਨ। ਹੁਣ ਉਹਦੇ ਕੋਲ ਕੋਈ ਵੀ ਹਥਿਆਰ ਨਹੀਂ ਰਿਹਾ ਸੀ। ਹੀ ਫੋਟ ਵਿਦ ਦੀ ਵੀਲ ਆਫ ਹਿਜ ਚੈਰੀਓਟ। ਅਤੇ ਹੁਣ ਉਹ ਆਪਣੇ ਜਿਹੜਾ ਰੱਥ ਸੀ ਉਹਦੇ ਆਪਾਂ ਕਹੀਏ ਚੱਕੇ ਨਾਲ, ਇੱਕ ਦੇ ਨਾਲ ਜਿਹੜਾ ਟਾਇਰ ਸੀ ਉਹਦੇ ਨਾਲ ਲੜ ਰਿਹਾ ਸੀ। ਐਟ ਲਾਸਟ ਦੀ ਵੀਲ ਵਾਜ਼ ਆਲਸੋ ਟੋਰਨ ਇਨਟੂ ਪੀਸਿਸ। ਅਤੇ ਲਾਸਟ ਦੇ ਵਿੱਚ ਜਿਹੜਾ ਉਹ ਵੀਲ ਸੀ, ਉਹ ਚੱਕਰ ਸੀ, ਉਹ ਵੀ ਤੋੜ ਦਿੱਤਾ ਗਿਆ। ਅਨਆਰਮਡ ਐਜ਼ ਹੀ ਵਾਜ਼ ਦੀ ਕੌਰਵਜ਼ ਵਾਰੀਅਰ ਕਿਲਡ ਹਿਮ। ਅਤੇ ਉਸ ਤੋਂ ਬਾਅਦ ਜਦੋਂ ਨਿਹੱਥਾ ਹੋ ਗਿਆ ਤਾਂ ਜਿਹੜੇ ਕੌਰਵਸ ਸੀ ਉਹਨਾਂ ਨੇ ਉਸਨੂੰ ਮਾਰ ਦਿੱਤਾ। ਦੀ ਮੋਸਟ ਕ੍ਰੀਓਲ ਅਨਪ੍ਰਿੰਸੀਪਲਡ ਐਂਡ ਡਿਸਾਈਸਿਵ ਬਲੋ ਵਾਜ਼ ਗਿਵਨ ਬਾਏ ਜਦਾਰਥ ਦੀ ਕਿੰਗ ਆਫ ਸਿੰਧੂਜ਼। ਸਭ ਤੋਂ ਆਪਾਂ ਕਹਿ ਦਈਏ ਕ੍ਰਿਊਲ ਤਰੀਕੇ ਨਾਲ, ਅਪ੍ਰਿੰਸੀਪਲ ਤਰੀਕੇ ਨਾਲ, ਠੀਕ ਹੈ, ਧੋਖੇ ਨਾਲ ਕੀ ਹੈਗਾ ਜਿਹੜਾ ਅਭਿਮਨਿਊ ਨੂੰ ਮਾਰਿਆ ਉਹ ਕਿਸ ਨੇ ਮਾਰਿਆ ਸੀ? ਜੈਦਾਰਥ ਨੇ, ਜਿਹੜਾ ਕਿ ਸਿੰਧ ਦਾ ਕਿੰਗ ਸੀਗਾ। ਐਂਡ ਦੀ ਹਸਬੈਂਡ ਆਫ ਦੁਰਯੋਧਨ ਸਿਸਟਰ, ਜਿਹੜਾ ਕਿ ਦੁਰਯੋਧਨ ਦੀ ਜਿਹੜੀ ਸਿਸਟਰ ਸੀ ਉਸ ਦੇ ਹਸਬੈਂਡ ਸੀਗਾ। ਠੀਕ ਹੈ ਰਾਜੇ। ਹੁਣ ਅੱਜ ਜਿਹੜਾ ਆਪਣਾ ਇਹ ਚੈਪਟਰ ਆ ਆਪਾਂ ਇਹਨੂੰ ਇੱਥੇ ਤੱਕ ਹੀ ਰੀਡ ਕਰਾਂਗੇ, ਠੀਕ ਹੈ। ਨੈਕਸਟ ਜਿਹੜਾ ਕੱਲ੍ਹ ਆਪਣਾ ਹੋਵੇਗਾ, ਠੀਕ ਹੈ, ਕਲਾਸ, ਉਸ ਦੇ ਵਿੱਚ ਆਪਾਂ ਇੱਥੋਂ ਹੀ ਇਹਨੂੰ ਰੀਡ ਕਰਾਂਗੇ। ਇਹਨੂੰ ਧਿਆਨ ਨਾਲ ਸੁਣਿਓ ਅਤੇ ਸਮਝੇ ਰਾਜੇ, ਠੀਕ ਹੈ। ਜਿੰਨੇ ਵੀ ਵਰਡ ਮੀਨਿੰਗ ਲਿਖਵਾਏ ਨੇ ਉਹਨਾਂ ਨੂੰ ਨਾਲ ਦੀ ਨਾਲ ਆਪਣੀ ਪੈਨਸਲ ਨਾਲ, ਠੀਕ ਹੈ, ਲਿਖ ਲਿਆ ਕਰੋ ਬੁੱਕ ਦੇ ਉੱਪਰ ਹੀ।